ਚੱਲਦੇ ਹਾਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਕੁਝ ਕਹਿ ਰਹੇ ਨੇ, ਗੱਲਬਾਤ ਕਰ ਰਹੇ ਨੇ, ਸੁਣਦੇ ਹਾਂ। ਦੱਸਿए कि ਵੱਖ-ਵੱਖ ਪ੍ਰਾਪਤੀਆਂ ਜਿਹੜੀਆਂ ਨੇ ਗੁਣਵਾਈਆਂ ਜਾ ਰਹੀਆਂ ਨੇ। ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਡੈਡੀਕੇਟਿਡ ਫੰਡ ਜਿਹੜਾ ਬੁਢਾਪਾ ਪੈਨਸ਼ਨ ਜਾਂਦੀ ਹੈ ਉਹਦੇ ਵਾਸਤੇ ਔਰ ਇਸ ਫੰਡ ਦੇ ਵਿੱਚ ਜਦੋਂ ਅਸੀਂ ਪਹਿਲੇ ਸਾਲ ਲਾਇਆ ਸੀ ਤਾਂ ਉਦੋਂ ਤਾਂ 56 ਕਰੋੜ ਹੀ ਆਇਆ ਸੀ, ਬਟ ਅਗਲੇ ਸਾਲ 153 ਕਰੋੜ ਆ ਗਿਆ ਔਰ ਇਸ ਸਾਲ ਇਸ ਸਾਲ ਚ ਆਈ ਐਮ ਲੈਡ ਟੂ ਬਿਲੀਵ ਕਿ ਦਸੰਬਰ ਦੇ ਵਿੱਚ ਆ ਜਿਹੜਾ ਦਸੰਬਰ ਦਾ ਮਹੀਨਾ ਗੁਜ਼ਰਿਆ ਮੋਟਰ ਵਹੀਕਲਸ ਦੀ ਰਿਕਾਰਡ ਸੇਲ ਗਈ ਹੈ ਐਂਡ ਸਿਰਫ ਪੰਜਾਬ ਚ ਨਹੀਂ ਪੂਰੇ ਇੰਡੀਆ ਚ मोटर कार इंडस्ट्री च रिवाइवल आया और वी एक्सपैक्ट कि ये सानू इस साल 200 करोड़ आ जाएगा जी। उसी तरह ही डेडिकेटेड फंड जिहड़ा बुढ़ापा पेंशन जाती है ਉਹਦੇ वास्ते और इस फंड ਦੇ ਵਿੱਚ ਜਦੋਂ ਅਸੀਂ ਪਹਿਲੇ ਸਾਲ ਲਾਇਆ ਸੀ ਤਾਂ ਉਦੋਂ ਤਾਂ 56 ਕਰੋੜ ਹੀ ਆਇਆ ਸੀ, ਬਟ ਅਗਲੇ ਸਾਲ 153 ਕਰੋੜ ਆ ਗਿਆ ਔਰ ਇਸ ਸਾਲ ਇਸ ਸਾਲ ਚ ਆਈ ਐਮ ਲੈਡ ਟੂ ਬਿਲੀਵ ਕਿ ਦਸੰਬਰ ਦੇ ਵਿੱਚ ਆ ਜਿਹੜਾ ਦਸੰਬਰ ਦਾ ਮਹੀਨਾ ਗੁਜ਼ਰਿਆ ਮੋਟਰ ਵਹੀਕਲਸ ਦੀ ਰਿਕਾਰਡ ਸੇਲ ਗਈ ਹੈ ਐਂਡ ਸਿਰਫ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਮੋਟਰ ਕਾਰ ਇੰਡਸਟਰੀ ਚ ਰਿਵਾਈਵਲ ਆਇਆ ਔਰ ਵੀ ਐਕਸਪੈਕਟ ਕਿ ਇਹਦੇ ਸਾਨੂੰ साफ तौर पर जो कुछ भी स्थिति है मौजूदा वित्त नूं लैके उस दे बाबत जिहड़ा है जानकारी दे रहे ने वित्त मंत्री मनप्रीत बादल और दस रहे ने कि किस तरह दे नाल और कितना बजट जिहड़ा है वो पिछले साल दा सी और इस साल दा कितना बजट है दसंबर दे विच जो क्लोज किया गया। सो साफ तौर पर उसके बारे जानकारी दी जा रही है। दस दईए कि कोरोना का काल सी और इस विचकार एक वड्डा घाटा जिथे इंडस्ट्री नूं पिया उत्थे हर एक जान नूं पिया, कईयां दियां नौकरियां चलियां गईयां और वो नौकरियां जाण दा सीधा प्रभाव एक सूबे की टर्नओवर ते आने की उसके बजट ते भी पैंदा है। सो कुल मिला के एक चीज़ जिहड़ी है वो कोरोना के काल दे विच प्रभावित हुई है। मुड़ तो उसे ली ते आउण नूं मुश्किल होएगी अजे, क्योंकि वड्डी तादाद जिहड़ी है लोकां दी है पर उन्हां दी जेब दे विच उन्ना जिहड़ा पैसा हर महीने हर साल आउंदा सी वो उन्ना नहीं आ रहा। सो कुल मिला के बजट जिहड़ा सीधे तौर पर प्रभावित होया। उसके बारे सारी जानकारी वित्त मंत्री मनप्रीत बादल दे रहे हैं। हर महीने 10-20 करोड़ करके असी तकरीबन किया है कि असी एक डेट मैनेजमेंट यूनिट एक फाइनेंस डिपार्टमेंट च बनाया भी बोरोइंग की लोड़ पैंदी हर महीने एक मैकेनिकल जी हुंदी सी भी यार अज 1000 करोड़ लेना है अपना अज जिहड़े है स्टेट डेवलपमेंट बॉन्ड्स वो फ्लोट कर दिओ महंगे पै रहे सी किहड़े महीने क्या ब्याज लग रहा और जे असी 10 साल दे बॉन्ड है ਉਹਦੇ ਤੇ ਕੀ ਮਿਲ ਰਿਹਾ 15 ਸਾਲ ਦੇ ਕੀ ਔਰ ਅੱਜ ਮਤਲਬ ਪਿਛਲੇ 3 ਸਾਲਾਂ ਦੀ ਅਸੀਂ ਇੰਨੀ रेट ते और इन्नी मतलब असी पूरे साल की प्लैनिंग बना के कि किहड़े महीने कितनी बोरोइंग करनी है और उहदा अग्गा पिछा किवें कर अज तो पहला साडियां जिहड़ियां सिक्योरिटीज हुंदियां सी जे इफ वी कैन गेट अ better rate so basically असी सब तो बेस्ट सानू रेट मिल सकता है बाय क्रिएटिंग अ सिंक of securities and by we have been able to stabilize Punjab's finances. एक मैं
ਸਾਡਾ ਅੱਜ ਤੋਂ ਪਹਿਲਾਂ ਜਿਹੜਾ ਟੋਟਲ ਸੌਫਟਵੇਅਰ ਸੀ ਫਾਈਨੈਂਸ ਡਿਪਾਰਟਮੈਂਟ ਦਾ, ਇਹ ਟਾਟਾ ਮਿਲਿਆ ਸੀ ਟੂ ਹੈਲਪ ਪੰਜਾਬ ਕੰਡਕਟ, ਮਤਲਬ ਜਿਹੜੀ ਟੋਟਲ ਇਹਦੀ 150 ਕਰੋੜ ਦਾ ਠੇਕਾ ਸੀ। ਤਾਂ ਦਿਸ ਵਾਸ 150 ਕਰੋੜ ਪਰ ਈਅਰ ਟੂ ਟਾਟਾ ਕੰਸਲਟੈਂਸੀ ਟੂ we have switched, ਅਸੀਂ ਉਹ ਟਾਟਾ ਦਾ ਠੇਕਾ ਖਤਮ ਹੋ ਗਿਆ, ਅਸੀਂ ਟਾਟਾ ਤੋਂ ਠੇਕਾ ਕੰਪਨੀ ਔਨ ਇਹ 150 ਕਰੋੜ ਤੋਂ ਇਹ ਸਿਰਫ 32 ਕਰੋੜ ਚ ਆ ਗਿਆ ਜੀ। ਯਾਰ ਜਿਹਨੂੰ ਚੇਂਜ ਓਵਰ ਕਹਿੰਦੇ ਆ, ਚੇਂਜ ਓਵਰ ਸਾਰੇ ਸਾਨੂੰ ਇਹ ਡਰਾ ਰਹੇ ਸੀ ਕਿ ਇਹ ਚੇਂਜ ਓਵਰ ਇਜ਼ ਗੋਇੰਗ ਟੂ ਬੀ ਡਿਜ਼ਾਸਟਰਸ, ਕਿਉਂਕਿ ਟਾਟਾ ਕੰਸਲਟੈਂਸੀ ਇੰਜੀਨੀਅਰ ਸੀਗੇ, ਉਹਨਾਂ ਨੇ ਸਾਡੀ ਸਿਰਫ 13 ਦਿਨ ਦੀ ਸੈਲਰੀ ਡਿਲੇ ਹੋਈ ਹੈ। ਉਸ ਤੋਂ ਇਲਾਵਾ ਵੀ ਵਰ ਵੈਰੀ ਲੱਕੀ ਕਿ ਅਸੀਂ ਐਂਡ ਇਨ ਸਪਾਈਟ ਆਫ ਕੋਵਿਡ ਇਟ ਵਾਸ ਸਕਸੈਸਫੁਲੀ ਵੀ ਚੇਂਜ ਫਰਮ TCS this was a dedicated fund ਜਿਹੜਾ just giving this national information NIC ਦਾ ਦੇਖ ਲਓ ਜੀ ਕੀ ਬਣ ਬੁਢਾਪਾ ਪੈਨਸ਼ਨ ਜਾਂਦੀ ਹੈ ਉਹਦੇ ਵਾਸਤੇ। ਔਰ ਇਸ ਫੰਡ ਦੇ ਵਿੱਚ ਜਦੋਂ ਅਸੀਂ ਪਹਿਲੇ ਸਾਲ ਲਾਇਆ ਸੀ ਤਾਂ ਉਦੋਂ ਤਾਂ 56 ਕਰੋੜ ਹੀ ਆਇਆ। ਬਾਦਲ ਪੂਰਾ ਚਿੱਠਾ ਕਹਿ ਸਕਦੇ ਹਾਂ ਜੋ ਵੀ ਬਜਟ ਦਾ ਉਸ ਨੂੰ ਪੇਸ਼ ਕਰ ਰਹੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਚੱਲਿਆ ਜਾਂਦਾ ਹੈ ਔਰ ਕੀ ਕੁਝ ਸਥਿਤੀ ਬਣੀ ਹੋਈ ਹੈ ਫਿਲਹਾਲ ਦੇ ਬਜਟ ਦੀ, ਕਿਉਂਕਿ ਖਜ਼ਾਨਾ ਮੰਤਰੀ ਜੋ ਕਿ ਸਾਰਾ ਡਿਸਕ੍ਰਾਈਬ ਕਰ ਰਹੇ ਨੇ। ਇੱਕ ਅਸੀਂ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ PFMS ਕਹਿੰਦੇ ਆ ਕਿ ਜਿੰਨੀਆਂ ਵੀ ਸੈਂਟਰਲੀ ਸਪਾਂਸਰਡ ਸਕੀਮਸ ਆਉਂਦੀਆਂ ਪੰਜਾਬ ਦੇ ਵਿੱਚ ਉਹਦੇ ਡਾਇਰੈਕਟ ਟ੍ਰਾਂਸਫਰ ਟੂ ਬੈਨੀਫੀਸ਼ੀਅਰੀ ਜਾਂ ਸਰਪੰਚਸ ਜਾਂ ਪੰਚਾਇਤ ਜਾਂ ਜੋ ਵੀ ਇਦਾਰੇ ਜੋ ਵੀ ਸੈਂਟਰਲੀ ਸਪਾਂਸਰਡ ਸਕੀਮ ਹੈ ਉਹ ਪੰਜਾਬ ਸਰਕਾਰ ਦੇ ਕਿਸੇ ਖਾਤੇ 'ਚ ਨਹੀਂ ਜਾਂਦੀ ਔਰ ਜਿਹੜਾ ਅਲਟੀਮੇਟ ਬੈਨੀਫੀਸ਼ੀਅਰੀ ਹੈ ਉਹਦੇ ਖਾਤੇ ਚਲੀ ਜਾਂਦੀ ਹੈ। ਐਂਡ ਇਹ ਵੀ ਕਿਸੇ ਵੇਲੇ ਵੀ ਆਪਣੇ ਮੋਬਾਈਲ ਤੋਂ ਲੈਪਟਾਪ ਤੋਂ ਕੋਈ ਵੀ ਬੰਦਾ ਚੈੱਕ ਕਰ ਸਕਦਾ ਹੈ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪੈਸਾ ਹੈ ਉਹ ਕਿਹੜੀ ਪੰਚਾਇਤ ਨੂੰ ਜਾਂ ਕਿਹੜੇ ਬੈਨੀਫੀਸ਼ੀਅਰੀ ਨੂੰ ਪਹੁੰਚ ਗਿਆ। ਇਹ ਵੀ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਆ ਗਈ ਹੈ। ਇੱਕ ਅਸੀਂ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ ਜਿਹੜਾ ਜਿਹਨੂੰ HRMS ਕਹਿੰਦੇ ਆ, ਇਹ ਵੀ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੈ। ਔਰ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਤੁਸੀਂ ਅਖਬਾਰਾਂ 'ਚ ਵੀ ਇਹ ਗੱਲਾਂ ਉਛਾਲਦੇ ਹੋ ਜੀ ਫਲਾਣੇ ਮਹਿਕਮੇ ਦੀ PWD ਦੀ ਤਨਖਾਹ ਨਹੀਂ ਮਿਲੀ, ਫਲਾਣੇ ਮਹਿਕਮੇ ਦੀ ਟੀਚਰਸ ਦੀ ਡਿਲੇ ਹੋ ਗਈ। ਡਿਲੇ ਇਸ ਕਰਕੇ ਨਹੀਂ ਹੈ ਕਿ ਪੈਸੇ ਦੀ ਕਮੀ ਹੈ, ਡਿਲੇ ਇਸ ਕਰਕੇ ਸੀਗੀ ਕਿ ਜਿਹੜਾ HRMS ਸਿਸਟਮ ਹੈ ਪੰਜਾਬ ਸਰਕਾਰ ਦਾ, ਇਹ ਜਿਹੜੇ ਡਿਪਾਰਟਮੈਂਟਸ ਹੈ ਇਹ ਕੰਪਲਾਇੰਟ ਨਹੀਂ ਹੋ ਰਹੇ ਸੀ। ਅਸੀਂ ਕਹਿ ਰਹੇ ਸੀ ਕਿ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ EMPLOYEES ਕਿੰਨੇ ਹੈ, ਤੁਹਾਡੇ ਕੰਟਰੈਕਚੁਅਲ ਕਿੰਨੇ ਹੈ, ਤੁਹਾਡੇ ਆਊਟਸੋਰਸ ਕਿੰਨੇ ਹੈ, ਤੁਹਾਡੇ ਬੰਦੇ ਕਿੰਨੇ, ਸਾਨੂੰ ਇਹ ਤਾਂ ਪਤਾ ਦੱਸੋ ਨਾ। ਔਰ ਸਾਡੇ ਸਿਸਟਮ ਦੇ ਵਿੱਚ ਜਦੋਂ ਤਾਈਂ ਤੁਸੀਂ ਇੰਟੀਗ੍ਰੇਟ ਨਹੀਂ ਕਰਦੇ, 6 ਮਹੀਨੇ ਹੋਰ ਦਿਓ, 5 ਮਹੀਨੇ ਹੋਰ ਦਿਓ, 2 ਮਹੀਨੇ ਹੋਰ ਦਿਓ, 15 ਦਿਨ ਹੋਰ ਦਿਓ, ਅਲਟੀਮੇਟਲੀ FD ਕੋਲੇ ਕੋਈ ਚਾਰਾ ਨਹੀਂ ਹੁੰਦਾ ਕਿ ਤਨਖਾਹ ਰੋਕੋ ਯਾਰ, ਪਹਿਲਾਂ ਤਾਂ ਸਾਡਾ ਕੰਮ ਕਰੋ। ਔਰ ਇਹਦੇ ਨਾਲ देयर हैज बीन ਸਬਸਟੈਂਸ਼ੀਅਲ ਜਿਹੜੀਆਂ ਕੋਈ ਫੇਕ EMPLOYEES ਜਾਂ ਕੋਈ ਵੀ ਜੋ ਮੈਂ ਅੱਜ ਨਹੀਂ ਕਹਾਂਗਾ, ਅੱਜਕੱਲ ਵੀ ਗੋਸਟ EMPLOYEES ਹੈਗੇ ਆ ਜਿਨ੍ਹਾਂ ਦੇ ਨਾਂ ਤੇ ਤਨਖਾਹ ਗੋਸਟ EMPLOYEES ਇਹਦੇ ਨਾਲ ਹੋ ਨਹੀਂ ਸਕਦਾ ਜੀ। ਜਿਹੜੇ ਡਿਪਾਰਟਮੈਂਟ, ਕਿਉਂਕਿ ਸਾਨੂੰ ਪਤਾ ਹੈ ਕਿ ਕਿਹੜਾ ਡਿਪਾਰਟਮੈਂਟ ਦੇ ਵਿੱਚ ਕਿਹੜਾ ਬੰਦਾ ਕੰਮ ਕਰ ਰਿਹਾ, ਕਿੰਨੀ ਤਨਖਾਹ ਤੇ ਕਰ ਰਿਹਾ, ਆਊਟਸੋਰਸ ਹੈ, ਕੰਟਰੈਕਟ ਹੈ, ਪੱਕਾ ਹੈ। ਸੋ the real reason ਤਨਖਾਹ ਰੁਕਣ ਦੇ ਡਿਪਾਰਟਮੈਂਟਸ ਦੇ ਸੀਗੇ all departments। ਸਾਨੂੰ ਇਹ ਵੀ ਤੁਹਾਨੂੰ ਪਤਾ ਹੋਣਾ ਕਿ ਕਈ ਡਿਪਾਰਟਮੈਂਟਸ ਐਸੇ ਸੀ ਜਿਨ੍ਹਾਂ ਨੂੰ ਅਸੀਂ ਪੁੱਛਿਆ ਕਿ ਤੁਹਾਡੇ ਬੈਂਕ ਅਕਾਊਂਟਸ ਕਿੰਨੇ ਯਾਰ, ਇਹ ਤਾਂ ਦੱਸ ਦਿਓ। 500 ਬੈਂਕ ਅਕਾਊਂਟਸ ਇੱਕ ਡਿਪਾਰਟਮੈਂਟ ਦੇ। ਯਾਰ ਇੱਕ ਡਿਪਾਰਟਮੈਂਟ ਦਾ ਇੱਕ ਅਕਾਊਂਟ ਹੋ ਸਕਦਾ, 2 ਅਕਾਊਂਟ ਹੋ ਸਕਦੇ, ਪਰ 500 ਦਾ ਕੀ ਮਤਲਬ? 500 ਦਾ ਮਤਲਬ ਇਹ ਹੁੰਦਾ ਕਿ ਸਰਕਾਰੀ ਪੈਸਾ ਨਿਕਲ ਕੇ ਕਿਸੇ ਅਕਾਊਂਟ 'ਚ ਪਾਰਕ ਹੋ ਗਿਆ।
ਅਸੀਂ ਉਹਦੇ ਤੇ ਵਿਆਜ ਦੇ ਰਹੇ ਹਾਂ, ਉੱਥੇ ਪੈਸਾ ਖਰਚ ਨਹੀਂ ਹੋ ਰਿਹਾ ਜਿਹੜੀ ਸਕੀਮ ਵਾਸਤੇ। ਸੋ ਇਹ ਸਾਰਾ ਸਿਸਟਮ ਜਿਹੜਾ ਹੈ ਇੱਕ ਜਿਹੜਾ HRMS ਵਾਸਤੇ ਤਾਂ EMPLOYEES ਦਾ ਹੋ ਗਿਆ, ਉਸੇ ਤਰ੍ਹਾਂ ਹੀ ਜੀ ਇੱਕ ਵਹੀਕਲ ਮੈਨੇਜਮੈਂਟ ਸਿਸਟਮ VMS ਕੀਤਾ ਕਿ ਪੰਜਾਬ ਸਰਕਾਰ ਕੋਲੇ ਗੱਡੀਆਂ ਕਿੰਨੀਆਂ ਔਰ ਕਿਤੇ ਕੋਈ ਡਿਜ਼ਾਸਟਰ ਹੋ ਜਾਏ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਸਾਡੀ ਕਿਹੜੀ ਗੱਡੀ ਕਿਹੜੇ ਮਹਿਕਮੇ 'ਚ ਕੰਮ ਕਰ ਰਹੀ ਹੈ, ਔਰ ਜਿਹੜੀ ਗੱਡੀ ਚੱਲ ਰਹੀ ਹੈ ਮਤਲਬ ਉਹ ਕਿੰਨਾ ਤੇਲ ਖਾ ਰਹੀ ਹੈ, ਉਹ ਕਿਹਦੇ ਅੰਡਰ ਚੱਲ ਰਹੀ ਹੈ। ਇਹ VMS ਵੀ ਜਿਹੜਾ ਹੈ ਇਹ ਚਾਲੂ ਹੋ ਗਿਆ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹਦੇ ਵਿੱਚ 16% ਦੀ POL ਜਿਹਨੂੰ ਪੈਟਰੋਲ ਆਇਲ ਤੇ ਲੂਬਰੀਕੈਂਟ, ਇਹ ਫਾਈਨੈਂਸ਼ੀਅਲ ਮਤਲਬ ਬਜਟ ਟਰਮ ਹੈ, 16%। ਹਾਲਾਂਕਿ ਤੇਲਾਂ ਦੀ ਕੀਮਤ ਵੱਧ ਗਈ ਹੈ ਪਰ ਸਾਡੇ ਖਰਚੇ ਘਟ ਗਏ ਔਰ ਜਿਵੇਂ ਤੁਸੀਂ ਕਿਹਾ ਉਹ ਗੋਸ਼ਟ ਗੱਡੀਆਂ ਹੀ ਚੱਲ ਰਹੀਆਂ ਸੀ। ਸੋ ਇਹ ਕਈ ਮਹਿਕਮਿਆਂ ਦੀ ਤਨਖਾਹ ਇਸ ਕਰਕੇ ਵੀ ਰੁਕੀ ਕਿ ਯਾਰ ਤੁਸੀਂ ਦੱਸੋ ਯਾਰ ਤੁਹਾਡੀਆਂ ਗੱਡੀਆਂ ਕਿੰਨੀਆਂ। ਸੋ ਮਨਪ੍ਰੀਤ ਬਾਦਲ ਦੇ ਵੱਲੋਂ ਸਾਰੇ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤੇ ਨਵੀਂ ਸਕੀਮਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਤੇ ਫਿਲਹਾਲ ਇਸੇ ਦੇ ਨਾਲ ਬੁਲੇਟਿਨ ਦੇ ਵਿੱਚ ਇਜਾਜ਼ਤ ਲਵਾਂਗੇ। ਧੰਨਵਾਦ।